ਅੱਜ ਜਲੰਧਰ ਦਾ ਅਗਰ ਵਿਕਾਸ ਹੁੰਦਾ ਪਿਆ ਹੈ ਤਾਂ ਸਮਾਰਟ ਸਿਟੀ ਦੇ ਮਾਧਿਅਮ ਨਾਲ ਹੋ ਰਿਹਾ। ਪੈਸਾ ਕਿਹਦਾ ਹੈ? ਕੇਂਦਰ ਦਾ ਹੈ। 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਪਿਛੜ ਜਾਏਗੀ। ਭਾਰਤੀ ਜਨਤਾ ਪਾਰਟੀ ਬਿਲਕੁਲ ਅਗਰਸਰ ਹੋ ਕੇ ਅੱਗੇ ਵੱਧ ਕੇ ਇਸ ਸਾਰੇ ਇਲੈਕਸ਼ਨ ਨੂੰ ਲੜੇਗੀ। ਕੱਲ੍ਹ ਵੀ ਤੋਮਰ ਜੀ ਦਾ ਬਿਆਨ ਸੀਗਾ ਕਿ ਤਰਕ ਦੇ ਨਾਲ ਉਹ ਗੱਲ ਕਰਨ ਤੇ ਹਰ ਸਮੱਸਿਆ ਦਾ ਸਮਾਧਾਨ ਹੋਏਗਾ। ਔਰ ਬਹੁਤ ਲੋਕ ਹੈ ਜਿਹੜੇ ਪਾਰਟੀ ਦੀ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਚੁਣਾਵ ਲੜਨਾ ਚਾਹੁੰਦੇ ਆ। ਸਾਡੀ ਬੂਥ ਤੱਕ ਵਾਰਡ ਤੱਕ ਪੂਰੀ ਸੰਰਚਨਾ ਹੈ। ਸਾਨੂੰ ਆਪਣੇ ਕਾਰਜਕਰਤਾ ਤੇ ਪੂਰਾ ਵਿਸ਼ਵਾਸ ਹੈ ਔਰ ਕਾਰਜਕਰਤਾ ਪੂਰੇ ਜੋਸ਼ ਦੇ ਨਾਲ ਲੱਗਾ ਹੈ। ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿਲਾਨਾ ਹੈ ਕਿ ਆਉਣ ਵਾਲੇ ਸਮੇਂ 'ਚ ਮਹਿੰਗਾਈ ਦਰ ਘਟੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਬਾਰੇ ਪੂਰੇ ਚਿੰਤਿਤ ਨੇ। ਸਾਇੰਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰਵੀ ਗਿੱਲ। ਜਿਵੇਂ ਕਿ ਕਿਸਾਨੀ ਅੰਦੋਲਨ 1 ਸਾਲ ਹੋ ਚੱਲਾ ਹੈ, ਕਿਸਾਨਾਂ ਦੇ ਮੁੱਦਿਆਂ ਨੂੰ ਭਖਦਿਆਂ ਨੂੰ ਪੰਜਾਬ ਤੋਂ ਸ਼ੁਰੂ ਹੋਇਆ ਸੀ, ਦਿੱਲੀ ਦੇ ਵਿੱਚ ਜਾ ਕੇ ਹੱਲੇ ਤੱਕ ਧਰਨਾ ਚੱਲ ਰਿਹਾ ਹੈ। ਲੰਬੇ ਸਮੇਂ ਤੋਂ ਉਹਨਾਂ ਨੂੰ ਵੀ ਪਰੇਸ਼ਾਨੀਆਂ ਇਸ ਚੀਜ਼ ਦੀਆਂ ਆ ਰਹੀਆਂ ਨੇ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਜੋ ਤਿੰਨੇ ਕਾਲੇ ਕਾਨੂੰਨ ਨੇ ਵਾਪਸ ਲੈਣ ਕੇਂਦਰ ਸਰਕਾਰ ਆਪਣੀ ਗੱਲ ਦੇ ਉੱਤੇ ਅੜੀ ਹੋਈ ਹੈ ਤੇ ਉਹਦੇ ਬਾਅਦ ਕਿਸਾਨ ਆਪਣੀ ਗੱਲ ਦੇ ਉੱਤੇ ਅੜੇ ਹੋਏ ਨੇ। ਉਹਦੇ ਬਾਅਦ 2022 ਦੇ ਇਲੈਕਸ਼ਨ ਜੋ ਕਿ ਪੰਜਾਬ ਦੇ ਵਿੱਚ ਆਉਣ ਵਾਲਾ ਹੀ ਹੈ, ਥੋੜ੍ਹਾ ਸਮਾਂ ਪਿਆ ਆ। ਨਾਲੋਂ ਨਾਲ ਹੀ ਕਾਫੀ ਪਾਰਟੀਆਂ ਜੋ ਕਿ ਆਪਣੇ ਬਿਆਨਾਂ ਦੇ ਉੱਤੇ ਨੇ। ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਪੰਜਾਬ ਦੇ ਵਿੱਚ 2022 ਦੇ ਵਿੱਚ ਸਾਡੀ ਸਰਕਾਰ ਬਣੇਗੀ। ਬੀਜੇਪੀ ਪਾਰਟੀ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਬਣੇਗੀ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਸਾਡੀ ਸਰਕਾਰ ਬਣੇਗੀ। ਸੋ ਸਾਡੇ ਨਾਲ ਬੀਜੇਪੀ ਤੋਂ ਸੀਨੀਅਰ ਲੀਡਰ ਮੌਜੂਦ ਹੈ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੇਰਾ ਨਾਮ ਸੁਸ਼ੀਲ ਹੈ, ਜ਼ਿਲ੍ਹਾ ਅਧਿਕਸ਼ ਹਾਂ ਬੀਜੇਪੀ ਦਾ। ਰਵੀ ਜੀ, ਤੁਹਾਡਾ ਔਰ ਸਾਇੰਸ ਟੀਵੀ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਮੇਰੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਜਿਹੜੀ ਵਿਸ਼ੇ ਤੁਸੀਂ ਛੇੜਿਆ ਕਿਸਾਨਾਂ ਦਾ ਔਰ ਕੇਂਦਰ ਸਰਕਾਰ ਦਾ, ਔਰ ਇੱਕ ਸ਼ਬਦ ਤੁਸੀਂ ਉਹਦੇ ਵਿੱਚ ਕਿਹਾ ਕਿ ਕੇਂਦਰ ਵੀ ਅੜਿਆ ਤੇ ਕਿਸਾਨ ਵੀ ਅੜੇ ਨੇ। ਮੈਨੂੰ ਲੱਗਦਾ ਹੈ ਕਿ ਕਿਸਾਨ ਉਹਦੇ 'ਚ ਜ਼ਿਆਦਾ ਅੜੇ ਨੇ। ਯੈਸ ਔਰ ਨੋ ਦੀ ਸਥਿਤੀ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਔਰ ਲੋਕਤੰਤਰ 'ਚ ਹਰ ਵਿਅਕਤੀ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਔਰ ਸਾਡੇ ਕਿਸਾਨ ਸਾਥੀਆਂ ਨੇ ਵੀ ਗੱਲ ਕਹੀ ਹੈ। ਔਰ ਕੱਲ੍ਹ ਵੀ ਤੋਮਰ ਜੀ ਦਾ ਬਿਆਨ ਸੀਗਾ ਕਿ ਤਰਕ ਦੇ ਨਾਲ ਉਹ ਗੱਲ ਕਰਨ ਤੇ ਹਰ ਸਮੱਸਿਆ ਦਾ ਸਮਾਧਾਨ ਹੋਏਗਾ। ਸੋ ਚਰਚਾ ਕਰਨੀ ਚਾਹੀਦੀ ਹੈ ਔਰ ਕੇਂਦਰ ਨੇ ਉਹਦੇ 'ਤੇ ਕਿਹਾ ਵੀ ਹੈ ਕਿ ਸਾਡੇ ਨਾਲ ਚਰਚਾ ਕਰੋ। ਪਰ ਇੱਕ ਚੀਜ਼ ਸੀ, ਕਾਫੀ ਮੀਟਿੰਗਾਂ ਹੋਈਆਂ ਤੁਹਾਡੀਆਂ। ਮੈਂ ਫਿਰ ਤੁਹਾਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਹਰ ਸਮੱਸਿਆ ਦਾ ਹੱਲ ਹੁੰਦਾ ਹੈ, ਮਗਰ ਹਰ ਸਮੱਸਿਆ ਦਾ ਹੱਲ ਬਾਤਚੀਤ ਦੇ ਨਾਲ, ਗੱਲਬਾਤ ਦੇ ਨਾਲ ਹੁੰਦਾ ਹੈ। ਔਰ ਅਗਰ ਇੱਕ ਪਾਸੋਂ ਇਹ ਗੱਲਾਂ ਕਹੀਆਂ ਜਾ ਰਹੀਆਂ ਹੈ ਕਿ ਇਹਨਾਂ ਨੂੰ ਖਤਮ ਕਰਨਾ ਚਾਹੀਦਾ ਤਿੰਨੇ ਕਾਲੇ ਕਾਨੂੰਨਾਂ ਨੂੰ, ਤੇ ਦੂਜੇ ਪਾਸੇ ਵੀ ਗੱਲ ਆ ਰਹੀ ਹੈ ਕਿ ਚਰਚਾ ਕਰਨੀ ਚਾਹੀਦੀ ਹੈ। ਤੇ ਚਰਚਾ ਕਰਨ ਦੇ ਵਿੱਚ ਕੀ ਦੁਬਿਧਾ ਹੈ? ਔਰ ਉਸ ਤੋਂ ਬਾਅਦ ਤੁਸੀਂ ਇਹ ਜਿਹੜੀ ਗੱਲ ਕਹੀ ਹੈ ਕਿ ਸਮਾਜਿਕ ਤੌਰ ਦੇ ਉੱਤੇ ਵੀ ਲੋਕਾਂ ਨੇ ਬੀਜੇਪੀ ਦਾ ਬਹਿਸ਼ਕਾਰ ਕਰਨ ਦੀ ਗੱਲ ਕੀਤੀ ਹੈ। ਮਗਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਪਿੱਛੇ ਜਦੋਂ ਨਗਰ ਨਿਗਮ ਦੇ ਔਰ ਨਗਰ ਇਹਦੇ ਪਰਿਸ਼ਦ ਦੇ ਚੁਣਾਵ ਹੋਏ ਆ ਪੰਜਾਬ ਦੇ ਵਿੱਚ, ਉਹਦੇ ਵਿੱਚ ਸਾਨੂੰ ਕਿਹਾ ਕਿ ਤੁਹਾਡੇ ਪ੍ਰਤਿਆਸ਼ੀ ਖੜੇ ਨਹੀਂ ਹੋਣ ਦੇਵਾਂਗੇ, ਤੁਹਾਡੇ ਪ੍ਰਤਿਆਸ਼ੀਆਂ ਨੂੰ ਕੰਟੈਸਟ ਨਹੀਂ ਕਰਨ ਦੇਵਾਂਗੇ, ਪ੍ਰਚਾਰ ਪ੍ਰਸਾਰ ਨਹੀਂ ਕਰਨ ਦੇਵਾਂਗੇ। ਮਗਰ ਮੈਂ ਤੁਹਾਨੂੰ ਯਾਦ ਦਿਲਾਉਣਾ ਚਾਹੁੰਦਾ ਹਾਂ ਕਿ 1100 ਸੀਟਾਂ ਦੇ ਉੱਤੇ, 1100 ਜਗ੍ਹਾ ਦੇ ਉੱਤੇ ਸਾਡੇ ਕਾਰਜਕਰਤਾ ਚੁਣਾਵ ਲੜੇ ਔਰ ਉਹਦਾ ਰਿਜ਼ਲਟ ਕੀ ਨਿਕਲਿਆ ਉਹ ਇੱਕ ਅਲੱਗ ਵਿਸ਼ੇ ਹੈ। ਚਾਹੇ ਉਹਦੇ 'ਚ ਸਾਨੂੰ ਪੂਰੀ ਜਿੱਤ ਨਹੀਂ ਪ੍ਰਾਪਤ ਹੋਈ, ਮਗਰ ਅਸੀਂ ਉੱਥੇ ਆਪਣੇ ਪ੍ਰਤਿਆਸ਼ੀ। ਦੂਸਰੀ ਗੱਲ ਤੁਸੀਂ ਜਲੰਧਰ ਦੀ ਕਰਦੇ ਪਏ ਹੋ। ਜਲੰਧਰ ਦੇ 4 ਵਿਧਾਨ ਸਭਾ ਨੇ। ਚਾਰੇ ਵਿਧਾਨ ਸਭਾ ਦੇ ਉੱਤੇ ਮੈਂ ਇਹ ਨਹੀਂ ਤੁਹਾਨੂੰ ਕਹਿ ਸਕਦਾ ਕਿ ਸਿਰਫ ਉੱਥੇ ਇੱਕ ਪ੍ਰਤਿਆਸ਼ੀ ਹੀ ਟਿਕਟ ਮੰਗਦਾ। ਬਹੁਤ ਲੋਕ ਨੇ ਜਿਹੜੇ ਟਿਕਟ ਮੰਗਦੇ ਨੇ ਔਰ ਬਹੁਤ ਲੋਕ ਹੈ ਜਿਹੜੇ ਪਾਰਟੀ ਦੀ ਮੋਦੀ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਚੁਣਾਵ ਲੜਨਾ ਚਾਹੁੰਦੇ ਆ। ਔਰ ਇਹਦੇ ਲਈ ਇੱਕ ਰਣਨੀਤੀ ਹੁੰਦੀ ਹੈ, ਰਣਨੀਤੀ ਤਿਆਰ ਕਰਾਂਗੇ। ਕਿ ਤੁਹਾਨੂੰ 2022 ਦੇ ਇਲੈਕਸ਼ਨਾਂ ਦੇ ਅਸੀਂ ਚਾਰਾਂ ਦੀਆਂ ਚਾਰੇ ਸੀਟਾਂ ਜਿੱਤਾਂਗੇ, ਉਹਦਾ ਇਲੈਕਸ਼ਨ ਮੈਨੇਜ ਕਰਾਂਗੇ, ਇਲੈਕਸ਼ਨ ਦੀ ਰਣਨੀਤੀ ਤਿਆਰ ਕਰਾਂਗੇ ਔਰ ਅੱਛੇ ਕੈਂਡੀਡੇਟ ਜਿਹੜੇ ਨੇ ਉਹ ਆਉਣਗੇ। ਮੈਨੂੰ ਨਹੀਂ ਲੱਗਦਾ ਕਿ ਅਸੀਂ ਕੋਈ ਲੂਜ਼ ਕਰਾਂਗੇ। ਅਸੀਂ ਆਪਣੇ ਕਾਰਜਕਰਤਾ ਦੇ ਉੱਤੇ ਪੂਰਾ ਵਿਸ਼ਵਾਸ ਕਰਦੇ ਹਾਂ। ਉਹਦੀ ਮੈਂ ਉਦਾਹਰਨ ਦੇ ਸਕਦਾ ਕਿ 30 ਮਈ ਨੂੰ ਸਾਡੀ ਪਾਰਟੀ ਨੇ ਸੇਵਾ ਦਿਵਸ ਦੇ ਨਾਤੇ ਮਨਾਇਆ। 7 ਸਾਲ ਪਾਰਟੀ ਦੇ ਪੂਰੇ ਹੋਏ ਔਰ ਮੈਂ ਇਸ ਚੀਜ਼ ਨੂੰ ਬੜੇ ਗਰਵ ਦੇ ਨਾਲ ਕਹਿ ਸਕਦਾ ਕਿ ਜਲੰਧਰ 'ਚ 225 ਸਥਾਨਾਂ ਦੇ ਉੱਤੇ ਪ੍ਰੋਗਰਾਮ ਹੋਏ। ਲਗਭਗ 16 ਤਰ੍ਹਾਂ ਦੇ ਪ੍ਰੋਗਰਾਮ ਅਸੀਂ ਕੀਤੇ। ਲਗਭਗ 20,000 ਮਾਸਕ ਵੰਡੇ, ਸੈਨੀਟਾਈਜ਼ ਵੰਡੇ, ਭੋਜਨ ਦੀ ਵਿਵਸਥਾ ਕੀਤੀ, ਫਲ ਵੰਡੇ, ਲੋਕਾਂ ਦੀ ਸ਼ੂਗਰ ਚੈੱਕ ਕੀਤੀ ਔਰ 16 ਤਰ੍ਹਾਂ ਦੇ ਐਸੇ ਪ੍ਰੋਗਰਾਮ ਕੀਤੇ। ਅਗਰ ਕਾਰਜਕਰਤਾ ਸਾਡੇ ਕੋਲ ਤਾਂ ਕਾਰਜਕ੍ਰਮ ਹੋਏ। ਸੁਸ਼ੀਲ ਸ਼ਰਮਾ ਨੇ ਇਕੱਲੇ ਤਾਂ ਨਹੀਂ 20,000 ਮਾਸਕ ਵੰਡਤੇ। ਸਾਡੀ ਬੂਥ ਤੱਕ ਵਾਰਡ ਤੱਕ ਪੂਰੀ ਸੰਰਚਨਾ ਹੈ। ਸਾਨੂੰ ਆਪਣੇ ਕਾਰਜਕਰਤਾ 'ਤੇ ਪੂਰਾ ਵਿਸ਼ਵਾਸ ਹੈ ਔਰ ਕਾਰਜਕਰਤਾ ਪੂਰੇ ਜੋਸ਼ ਦੇ ਨਾਲ ਲੱਗਾ ਹੈ। ਔਰ ਲੋਕਤੰਤਰ ਦੇ ਵਿੱਚ ਅਸੀਂ ਆਪਣੀ ਪਾਰਟੀ ਆਪਣੀ ਗੱਲ ਰੱਖੇ, ਸਾਡਾ ਆਪਣਾ ਅਧਿਕਾਰ ਹੈ।
ਔਰ ਉਹਦੇ ਲਈ ਬਾਕੀ ਵਿਵਸਥਾਵਾਂ ਜਿਹੜੀਆਂ ਕਰਨੀਆਂ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਉਹ ਕਰੇਗੀ। ਔਰ ਮੈਨੂੰ ਲੱਗਦਾ ਨਹੀਂ ਹੈ ਕਿ 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਕਿਤੇ ਪਿਛੜ ਜਾਏਗੀ। ਭਾਰਤੀ ਜਨਤਾ ਪਾਰਟੀ ਬਿਲਕੁਲ ਅਗਰਸਰ ਹੋ ਕੇ ਅੱਗੇ ਵੱਧ ਕੇ ਇਸ ਸਾਰੇ ਇਲੈਕਸ਼ਨ ਨੂੰ ਲੜੇਗੀ। ਪੂਰੇ ਪੰਜਾਬ ਦੀ ਗੱਲ ਕਰੀਏ 117 ਸੀਟ। ਦੇਖੋ ਹਲੇ ਇੱਦਾਂ ਦੀ ਕੋਈ ਗੱਲ ਪੀਐਫ ਫੰਡ ਦੀ ਆਈ ਨਹੀਂ ਹੈ। ਉਹਦੇ ਵਿੱਚ ਬਰਾਬਰ ਪੈਸੇ ਜਿਹੜੇ ਆ ਜਮ੍ਹਾਂ ਹੁੰਦੇ ਆ। ਮੇਰਾ ਵੀ ਆਪਣਾ ਕੰਮ ਹੈ, ਮੇਰੇ ਕੋ ਵੀ ਵਰਕਰ ਕੰਮ ਕਰਦੇ ਆ। ਅਸੀਂ ਖੁਦ ਵੀ ਪੈਸੇ ਜਮ੍ਹਾਂ ਕਰਾਉਂਦੇ ਔਰ ਵਰਕਰ ਦੇ ਵੀ ਪ੍ਰਪੋਰਸ਼ਨੇਟ ਪੈਸੇ ਜਮ੍ਹਾਂ ਹੁੰਦੇ ਆ। ਦੂਸਰੀ, ਜਿੱਥੇ ਤੱਕ ਤੁਸੀਂ ਮਹਿੰਗਾਈ ਦੀ ਗੱਲ ਕਰਦੇ ਹੋ, ਮੈਨੂੰ ਵੀ ਲੱਗਦਾ ਹੈ ਕਿ ਮਹਿੰਗਾਈ ਇਸ ਵੇਲੇ ਵਧੀ ਹੈ। ਮਗਰ ਦੂਜੇ ਪਾਸੇ ਅਗਰ ਅਸੀਂ ਕਰੋਨਾ ਦੀ ਗੱਲ ਕਰੀਏ, ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੈਕਸੀਨੇਸ਼ਨ ਦੀ ਗੱਲ ਕੀਤੀ ਹੈ। ਪੂਰੇ ਦੇਸ਼ ਦੇ ਲੋਕਾਂ ਲਈ 18 ਤੋਂ 45 ਸਾਲ ਦੇ ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਕਰਨ ਦਾ ਕੰਮ ਕੀਤਾ ਹੈ। ਤਾਂ ਉਹ ਕਿਤੇ ਨਾ ਕਿਤੇ ਪੈਸਾ ਸਪੈਂਡ ਹੋਏਗਾ, ਪੈਸਾ ਖਰਚ ਹੋਏਗਾ। ਔਰ ਪੋਕਟ ਤਾਂ ਇੱਕੋ ਹੀ ਹੈ, ਦੇਸ਼ ਦੇ ਵਿੱਚੋਂ ਹੀ ਪੈਸਾ ਖਰਚ ਹੋਣਾ ਹੈ। ਇਸ ਕਰਕੇ ਦੂਸਰੇ ਪਾਸੇ ਮਹਿੰਗਾਈ ਵੱਧਦੀ ਪਈ ਹੈ। ਮਗਰ ਮੈਂ ਤੁਹਾਨੂੰ ਪੂਰਾ ਵਿਸ਼ਵਾਸ ਦਿਲਾਨਾ ਹੈ ਕਿ ਆਉਣ ਵਾਲੇ ਸਮੇਂ 'ਚ ਮਹਿੰਗਾਈ ਦਰ ਘਟੇਗੀ ਔਰ ਦੇਸ਼ ਦੇ ਪ੍ਰਧਾਨ ਮੰਤਰੀ ਇਹਦੇ ਬਾਰੇ ਪੂਰੇ ਚਿੰਤਿਤ ਨੇ। ਤੇ ਕੀ ਲੱਗਦਾ ਹੈ ਕਿ ਮਹਿੰਗਾਈ ਕਿਵੇਂ ਜਦੋਂ ਦੇਸ਼ ਦੇ ਵਿੱਚ ਸਰਕਾਰ ਬਣੀ ਉਦੋਂ ਗੈਸ ਦਾ ਸਿਲੰਡਰ ਵੀ ਸਸਤਾ ਸੀਗਾ, ਕਾਫੀ ਚੀਜ਼ਾਂ ਮਹਿੰਗਾਈ ਦੀ ਦਰ ਵੀ ਘਟੀ ਸੀਗੀ। ਮਗਰ ਕਿਸੇ ਨੇ ਇਹ ਨਹੀਂ ਸੋਚਿਆ ਸੀ ਕਿ ਦੇਸ਼ ਦੇ ਵਿੱਚ ਕਰੋਨਾ ਦੀ ਪਹਿਲੀ ਤੇ ਦੂਜੀ ਲਹਿਰ ਆਏਗੀ। ਔਰ ਹੁਣ ਵੀ ਗਰੀਬਾਂ ਦੇ ਲਈ ਉਹਨਾਂ ਨੇ ਕਿਹਾ ਕਿ ਨਵੰਬਰ ਤੱਕ ਅਸੀਂ ਜਿਹੜੇ ਆ ਉਹ ਸਾਰਿਆਂ ਨੂੰ ਰਾਸ਼ਨ ਫ੍ਰੀ ਦੇਵਾਂਗੇ। ਸੋ ਜਦੋਂ ਅਸੀਂ ਲੋਕਾਂ ਦੀ ਚਿੰਤਾ ਕਰਦੇ ਪਏ ਹਾਂ, ਲੋਕਾਂ ਨੂੰ ਕੁਝ ਪਹੁੰਚਾਉਣ ਦੀ ਗੱਲ ਕਰਦੇ ਪਏ ਹਾਂ, ਉਹਦਾ ਜਿਹੜਾ ਦੂਜੇ ਪਾਸੇ ਦਾ ਇਫੈਕਟ ਹੈ ਉਹ ਮਹਿੰਗਾਈ ਦੇ ਉੱਤੇ ਆਉਂਦਾ ਪਿਆ। ਕਰੋਨਾ ਮੈਂ ਆਇਆ ਨਾ ਦੂਸਰੀ ਵਾਰ ਜਦੋਂ ਸਰਕਾਰ ਗੈਸ ਦੇ ਸਿਲੰਡਰ ਦਾ ਰੇਟ ਦੇਖਣਾ ਚਾਹੀਦਾ, ਅੱਜ ਤੋਂ ਸਾਲ ਡੇਢ ਸਾਲ ਪਹਿਲੇ ਕੀ ਸੀਗਾ ਔਰ ਅੱਜ ਕੀ ਸੀਗਾ। ਇਹਦੀ ਤੁਲਨਾਤਮਕ ਸਟੱਡੀ ਕਰਨੀ ਚਾਹੀਦੀ ਹੈ। ਅਗਰ ਉਹਨੂੰ ਫੈਕਟ ਫਿਗਰ ਨਾਲ ਉਹਦੇ 'ਤੇ ਅਲੱਗ ਡਿਬੇਟ ਕੀਤਾ ਹੈ, ਉਹ ਇੱਕ ਅਲੱਗ ਵਿਸ਼ੇ ਹੈਗਾ। ਪਰ ਮੈਂ ਤੁਹਾਨੂੰ ਵਿਸ਼ਵਾਸ ਦਿਲਾਨਾ ਹੈ ਕਿ ਇਹ ਜਿਹੜਾ ਮਹਿੰਗਾਈ ਦਾ ਵੀ ਵਿਸ਼ੇ ਹੈ, ਇਹ ਕਿਤੇ ਨਾ ਕਿਤੇ ਮੱਧਮ ਵਰਗ ਨੂੰ ਔਰ ਜਿਹੜੇ ਸਾਡੇ ਛੋਟੇ ਗਰੀਬ ਸਾਥੀ ਨੇ, ਭੈਣ ਭਰਾ ਹੈ, ਉਹਨਾਂ ਨੂੰ ਇਹਨੂੰ ਪਿੰਚ ਕਰ ਰਿਹਾ ਹੈ। ਮਗਰ ਇਹ ਜਲਦ ਤੋਂ ਜਲਦ ਹੱਲ ਹੋਏਗਾ। ਅਸੀਂ ਵੀ ਪੰਜਾਬ ਵੱਲੋਂ ਇਹਦੀ ਪ੍ਰਧਾਨ ਜੀ ਨੂੰ ਕਹਾਂਗੇ ਕਿ ਇਹ ਵਿਸ਼ੇ ਜਿਹੜਾ ਉੱਪਰ ਤੱਕ ਭੇਜੋ। 2022 ਦੇ ਵਿੱਚ ਬੀਜੇਪੀ ਨੂੰ ਵੋਟ ਨਹੀਂ ਪਾਵਾਂਗੇ। ਉਹ ਤਾਂ ਪੰਜਾਬ ਦੀ ਸਰਕਾਰ ਦੇ ਖਿਲਾਫ ਵੀ ਨੇ ਕਿ ਕਿਉਂਕਿ ਕੈਪਟਨ ਸਾਹਿਬ ਨੇ ਵੀ ਨਹੀਂ ਕੋਈ ਕੰਮ ਕੀਤਾ। ਇਸ ਤਰ੍ਹਾਂ ਹੈ ਕਿ ਮੈਂ ਵਾਰਡ ਨੰਬਰ 2 ਦਾ ਕੌਂਸਲਰ ਹਾਂ। ਜਿੱਦਾਂ ਕਹਿੰਦੇ ਨਾ ਕਿ ਚੌਲਾਂ ਦੇ ਦਾਣੇ ਨੂੰ ਦੇਖ ਕੇ ਪਤਾ ਲੱਗ ਜਾਂਦਾ ਕਿ ਚੌਲ ਪੱਕੇ ਜਾਂ ਨਹੀਂ ਪੱਕੇ। ਮੇਰੇ ਵਾਰਡ ਦੇ ਵਿੱਚ ਸਲੀਮਪੁਰ ਮੁਸਲਮਾਨਾ ਇੱਕ ਖੇਤਰ ਹੈ। ਉੱਥੇ ਅਸੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮਾਧਿਅਮ ਦੇ ਨਾਲ 65 ਘਰ ਜਿਹੜੇ ਆ ਬਣਾਏ ਆ ਔਰ ਉਹਨਾਂ ਦੇ ਘਰਾਂ ਦੇ ਬਾਹਰ ਉਹ ਪੱਥਰ ਵੀ ਲੱਗਾ ਹੈ। ਔਰ ਉਹ ਲੋਕ ਸੀਗੇ ਜਿਨ੍ਹਾਂ ਦੇ ਘਰਾਂ 'ਚ ਬਾਲੇ ਦੀਆਂ ਛੱਤਾਂ ਪਈਆਂ ਸੀ, ਬਰਸਾਤਾਂ ਜਿਨ੍ਹਾਂ ਦੇ ਘਰ 'ਚ ਹੁੰਦੇ ਸੀ। ਸੋ ਪ੍ਰਧਾਨ ਮੰਤਰੀ ਨੇ ਕਿਹਦੀ ਚਿੰਤਾ ਕੀਤੀ ਹੈ? ਗਰੀਬ ਦੀ। ਆਯੁਸ਼ਮਾਨ ਜਿਹੜਾ ਸਾਡਾ ਯੋਜਨਾ ਕਾਰਡ ਹੈ, ਉਹ 'ਚ 5 ਸਾਲ ਦੀ ਜਿਹੜੀ ਹੈਲਥ ਦੀ ਜਿਹੜੀ ਇੰਸ਼ੋਰੈਂਸ ਹੈ ਉਹ ਕਿਹਨੇ ਦਿੱਤੀ ਹੈ? ਦੇਸ਼ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਹੈ। ਮੈਂ ਹੁਣੇ ਹੀ ਤੁਹਾਨੂੰ ਕਹਿ ਕੇ ਹਟਿਆ ਕਿ ਨਵੰਬਰ ਤੱਕ ਜਿਹੜਾ ਫ੍ਰੀ ਅਨਾਜ ਹੈ ਗਰੀਬਾਂ ਦੇ ਲਈ, ਜ਼ਰੂਰਤਮੰਦ ਲੋਕਾਂ ਨੂੰ ਮਿਲਣਾ ਹੈ, ਉਹ ਕਿਹਨੇ ਦੇਣਾ ਹੈ? ਕੇਂਦਰ ਸਰਕਾਰ ਨੇ ਦੇਣਾ ਹੈ। ਪੰਜਾਬ ਸਰਕਾਰ ਦਾ ਫੇਲੀਅਰ ਹੋਣਾ ਔਰ ਉਹਨੂੰ ਕੇਂਦਰ ਦੇ ਉੱਤੇ ਸੁੱਟਣਾ ਮੈਨੂੰ ਲੱਗਦਾ ਹੈ ਕਿ ਇਹ ਜਾਇਜ਼ ਨਹੀਂ ਹੈ। ਔਰ ਤੁਸੀਂ ਸਾਰੇ ਮੀਡੀਆ ਦੇ ਸਾਥੀ ਹੋ, ਤੁਹਾਨੂੰ ਇਹ 'ਚ ਵੀ ਜਿਹੜਾ ਆ ਉਹਨੂੰ ਤੁਲਨਾ ਇਹਦੀ ਕਰਵਾਉਣੀ ਚਾਹੀਦੀ ਹੈ। ਔਰ ਜੋ ਦੁੱਧ ਹੈ ਔਰ ਦੁੱਧ ਦਾ ਦੁੱਧ ਔਰ ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ। ਕਿ ਸਰਕਾਰ ਦੀਆਂ ਬਹੁਤ ਨੀਤੀਆਂ ਹੈ। 3 ਰੁਪਏ 1 ਰੁਪਏ ਦੇ 12 ਰੁਪਏ ਦੇ ਵਿੱਚ ਜਿਹੜੀ ਇੰਸ਼ੋਰੈਂਸ ਹੈ ਸਾਲ ਦੀ 12 ਮਹੀਨੇ ਦੇ 1 ਰੁਪਏ ਦੇ ਉੱਤੇ ਉਹ ਕੀਤੀ ਹੈ। ਪ੍ਰਧਾਨ ਮੰਤਰੀ ਕੌਸ਼ਲ ਯੋਜਨਾ ਹੈ, ਪ੍ਰਧਾਨ ਮੰਤਰੀ ਸਵੈ ਨਿਧੀ ਯੋਜਨਾ ਹੈ। ਕਿੰਨੀਆਂ ਯੋਜਨਾਵਾਂ ਲੋਕਾਂ ਨੂੰ ਸਮਰਪਿਤ ਕੀਤੀਆਂ ਨੇ ਔਰ ਜਲੰਧਰ 'ਚ ਇੰਪਲੀਮੈਂਟ ਹੋਈਆਂ ਨੇ। ਤੁਸੀਂ ਕਾਰਪੋਰੇਸ਼ਨ ਜਾਓ, ਕਿੰਨੇ ਲੋਕਾਂ ਨੇ ਸਵੈ ਨਿਧੀ ਯੋਜਨਾ ਦੇ ਮਾਧਿਅਮ ਦੇ ਨਾਲ ਪੈਸੇ ਲਏ ਨੇ। ਅੱਜ ਜਲੰਧਰ ਦਾ ਅਗਰ ਵਿਕਾਸ ਹੁੰਦਾ ਪਿਆ ਹੈ ਤਾਂ ਉਹ ਸਮਾਰਟ ਸਿਟੀ ਦੇ ਮਾਧਿਅਮ ਨਾਲ ਹੋ ਰਿਹਾ। ਪੈਸਾ ਕਿਹਦਾ ਹੈ? ਕੇਂਦਰ ਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਦਾ ਲਾਭ ਕਿਤੇ ਨਾ ਕਿਤੇ ਆਮ ਜਨਮਾਨਸ ਨੂੰ ਮਿਲਣ ਵਾਲਾ ਹੈ। ਮਗਰ ਜਿਹੜਾ ਦੁਸ਼ਪ੍ਰਚਾਰ ਹੈ, ਉਸ ਦੁਸ਼ਪ੍ਰਚਾਰ ਦੇ ਵਿੱਚ ਕਿਉਂਕਿ ਅੱਜ ਸੰਕਟ ਆਇਆ, ਮੈਂ ਕਹਿੰਦਾ ਮੈਂ ਇਸ ਚੀਜ਼ ਨੂੰ ਸੰਕਟ ਹੀ ਕਹਿੰਦਾ ਕਿ ਪੰਜਾਬ, ਜਦੋਂ ਤੁਸੀਂ ਗੱਲ ਕਹੀ ਨਾ ਕਿ ਮੋਦੀ ਜੀ ਨੇ 3 ਕਾਲੇ ਕਾਨੂੰਨ ਬਣਾਏ, ਕਾਨੂੰਨ ਕੋਈ ਕਾਲਾ ਨਹੀਂ ਹੁੰਦਾ। ਕਾਨੂੰਨ ਸਾਰੇ ਠੀਕ ਹੁੰਦੇ, ਕਾਨੂੰਨ ਸੰਸ਼ੋਧਨ ਹੋਣ ਲਈ ਬਣੇ ਹੁੰਦੇ ਆ। ਉਹ ਪੂਰੇ ਭਾਰਤ ਦੇ ਸੰਦਰਭ ਦੇ ਵਿੱਚ ਕਾਨੂੰਨ ਬਣੇ ਆ। ਅਗਰ ਪੰਜਾਬ ਦੀਆਂ ਸਮੱਸਿਆਵਾਂ ਉਹਨਾਂ ਨੂੰ ਰੱਖ ਕੇ ਉਹਨਾਂ ਦੇ ਉੱਤੇ ਹੱਲ ਕਰਨਾ ਚਾਹੀਦਾ ਔਰ ਸੰਵਾਦ ਕਰਕੇ ਕਰਨਾ ਚਾਹੀਦਾ ਹੈ। ਕਿਉਂ ਨਹੀਂ ਕਿਸਾਨਾਂ ਨੂੰ? ਚਲੋ ਨਾਲ ਉਹਨਾਂ ਦੀ ਮੀਟਿੰਗ ਦੀ ਸਾਰੀ ਬੀਜੇਪੀ ਕਿਸਾਨਾਂ ਦੇ ਨਾਲ ਮੀਟਿੰਗ ਕਰਕੇ ਜੋ ਉਹਨਾਂ ਦੀ ਗੱਲ ਪੁੱਛ ਕੇ ਪੂਰੀ ਮੋਦੀ ਸਾਹਿਬ ਦੇ ਨਾਲ ਪੰਜਾਬ ਦੀ ਲੀਡਰਸ਼ਿਪ ਵੀ ਤਾਂ ਗੱਲ ਕਰ ਸਕਦੀ ਹੈ। ਪਰ ਹੱਲ ਤਾਂ ਜਿਵੇਂ ਤੁਸੀਂ ਕਿਹਾ ਕਿ ਬੈਠ ਕੇ ਸਿਟਿੰਗ ਕਰਕੇ ਹੀ ਹੋਣਾ ਹੈ। ਪੰਜਾਬ ਦੀ ਲੀਡਰਸ਼ਿਪ ਵੱਲੋਂ ਕਿਉਂ ਨਹੀਂ ਕੋਸ਼ਿਸ਼ ਕੀਤੀ ਗਈ ਕਿ ਸਾਰੇ ਕਿਸਾਨਾਂ ਦੇ ਨਾਲ ਬੈਠ ਕੇ ਗੱਲਬਾਤ ਕਰੀਏ, ਉਹਦੇ ਬਾਅਦ ਇਹਦਾ ਹੱਲ ਕੱਢੀਏ। ਜੇ ਇਹ ਉਹਨਾਂ ਦੇ ਹੱਕ 'ਚ ਹੈ ਤਾਂ ਉਹਨਾਂ ਨੂੰ ਸਮਝਾਇਆ ਜਾਵੇ, ਜੇ ਹੱਕ 'ਚ ਨਹੀਂ ਹੈ ਤਾਂ ਕੈਂਸਲ ਕਰਵਾਇਆ ਜਾਵੇ। ਪੰਜਾਬ ਭਾਜਪਾ ਨੇ ਇੱਕ ਟੀਮ ਗਠਿਤ ਕੀਤੀ ਜਿਸ 'ਚ ਸੁਰਜੀਤ ਜੈਣੀ ਜੀ ਜਿਹੜੇ ਸਾਡੇ ਪੂਰਵ ਮੰਤਰੀ ਸੀ ਉਹ ਉਹਦੇ ਅਧਿਕਸ਼ ਨੇ। ਉਹਨਾਂ ਨੇ ਇੰਡੀਵਿਜੂਅਲੀ ਜਿਹੜੇ 35 ਦੇ 35 ਕਿਸਾਨ ਨੇਤਾ ਸੀ ਉਹਨਾਂ ਦੇ ਨਾਲ ਵਿਅਕਤੀਗਤ ਰੂਪ ਦੇ ਵਿੱਚ ਚਰਚਾ ਵੀ ਕੀਤੀ ਔਰ ਉਹਨਾਂ ਨੇ ਕਿਹਾ ਕਿ ਇਹ 'ਤੇ ਚਰਚਾ ਕਰਨੀ ਚਾਹੀਦੀ ਹੈ ਔਰ ਸਮੇਂ-ਸਮੇਂ ਦੇ ਉੱਤੇ ਇਹਦਾ ਜਿਹੜਾ ਨਿਚੋੜ ਹੈ ਪੰਜਾਬ ਦਾ ਉਹਨੂੰ ਉੱਪਰ ਭੇਜਣ ਦੀ ਕੋਸ਼ਿਸ਼ ਵੀ ਕੀਤੀ ਹੈ।
ਮਗਰ ਅੜੀਅਲ ਰਵੱਈਆ ਰੱਖਣਾ ਯੈਸ ਔਰ ਨੋ ਕਹਿਣਾ ਉਹ ਮੈਨੂੰ ਲੱਗਦਾ ਕਿ ਉਹ ਸੰਵਿਧਾਨਿਕ ਨਹੀਂ ਹੈਗਾ ਔਰ ਉਹ ਲੋਕਤੰਤਰ ਨੂੰ ਵੀ ਛਤੀ ਪਹੁੰਚਾਉਣ ਦਾ ਜਿਹੜਾ ਕੰਮ ਕਰਦਾ ਹੈ। ਸੰਵਾਦ ਕਰਨਾ ਚਾਹੀਦਾ, ਸੰਵਾਦ ਨਾਲ ਹਰ ਚੀਜ਼ ਦਾ ਹੱਲ ਹੁੰਦਾ ਹੈ। 2000 ਇਲੈਕਸ਼ਨਾਂ 'ਚ ਇਸ ਜੇ ਨਹੀਂ ਇਸ ਚੀਜ਼ ਦਾ ਬੀਜੇਪੀ ਦੇ ਵਰਕਰਾਂ ਦੇ ਉੱਤੇ ਨਹੀਂ ਪਏਗਾ। ਕਾਨੂੰਨ ਆਪਣੀ ਜਗ੍ਹਾ ਨੇ, ਇਲੈਕਸ਼ਨ ਦੀ ਤਿਆਰੀ ਆਪਣੀ ਜਗ੍ਹਾ ਹੈ। ਮੈਂ ਬੰਗਾਲ ਦੇ ਵਿੱਚ ਵੀ ਉਹ ਚੀਜ਼ ਹੋ ਚੁੱਕੀ ਹੈ। ਪੱਛਮੀ ਬੰਗਾਲ 'ਚ 33 ਤੋਂ 17 ਤੇ ਆਏ ਹਾਂ। ਬਾਕੀ ਪਾਰਟੀਆਂ ਕਿੱਥੇ ਗਈਆਂ? ਅਲੋਪ ਹੋ ਗਈਆਂ। ਕਾਂਗਰਸ ਕਿੱਥੇ ਗਈ? CPI ਕਿੱਥੇ ਗਈ? ਅਸੀਂ 3 ਤੋਂ 17 ਤੇ ਆਏ ਹਾਂ। ਦੇਖੋ ਲਕਸ਼ ਬੜਾ ਬਣਾ ਕੇ ਚੱਲਣਾ ਚਾਹੀਦਾ ਹੈ। ਲਕਸ਼ ਹਮੇਸ਼ਾ ਕੋਈ ਵੀ ਬੜਾ ਬਣਾ ਕੇ ਚੱਲਦਾ ਹੈ। ਕੋਈ IAS ਦੀ ਤਿਆਰੀ ਕਰਦਾ ਮਗਰ ਉਹ SDM ਬਣ ਜਾਂਦਾ ਕੱਲ੍ਹ ਨੂੰ, ਤਾਂ ਉਹਨੇ ਲਕਸ਼ ਬਣਾਇਆ ਤੇ ਉੱਤੇ ਚੱਲਿਆ ਹੈ। ਔਰ ਸਕਾਰਾਤਮਕ ਸੋਚ ਲੈ ਕੇ ਲਕਸ਼ ਬਣਾ ਕੇ ਅੱਗੇ ਵਧਣਾ ਚਾਹੀਦਾ। ਅਸੀਂ ਬਣਾਇਆ ਪੂਰਾ ਲਕਸ਼ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ 'ਚ ਅਸੀਂ ਪੰਜਾਬ 'ਚ ਸਰਕਾਰ ਵੀ ਬਣਾਵਾਂਗੇ, ਸੀਟਾਂ ਵੀ ਜਿੱਤਾਂਗੇ। ਸਾਡੀ ਉਹਦੇ ਲਈ ਪੂਰੀ ਤਿਆਰੀ ਹੈ। ਸਾਡੇ ਹਰ ਬੂਥ ਤੇ 10-10 ਕਾਰਜਕਰਤਾਵਾਂ ਨੇ ਜਿਹੜੀ ਹੈ ਤਿਆਰੀ ਕਰਨੀ ਸ਼ੁਰੂ ਕਰ ਲਈ। ਉਹਦੀਆਂ ਲਿਸਟਾਂ ਇਹ ਉਹ ਸਾਰਾ ਕੰਮ ਅਸੀਂ ਕਰ ਰਹੇ ਹਾਂ। ਜਲੰਧਰ ਦੇ ਵਿੱਚ ਤਾਂ ਪੂਰਾ ਕੀਤਾ ਹੈ। ਸੋ ਬਿਲਕੁਲ ਜਿਵੇਂ ਅਸੀਂ ਬੀਜੇਪੀ ਸੀਨੀਅਰ ਲੀਡਰ ਨਾਲ ਗੱਲਬਾਤ ਕੀਤੀ, ਉਹਨਾਂ ਦਾ ਕਹਿਣਾ ਹੈ ਕਿ 2022 ਦੇ ਵਿੱਚ ਜੋ ਕੀ ਹੈ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਾਈ ਜਾਵੇਗੀ। ਉੱਥੋਂ ਦੂਸਰਾ ਬੰਨਾ ਦੇਖ ਲਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਸੀਟਾਂ ਦੇ ਉੱਤੇ ਆਪਣੀ ਜੋ ਕਿ ਹੈ ਪੱਛਮੀ ਬੰਗਾਲ ਦੇ ਵਿੱਚ ਸਰਕਾਰ ਬਣਾਵਾਂਗੇ, ਉੱਥੇ ਵੀ ਜਾ ਕੇ ਪ੍ਰਦਰਸ਼ਨ ਕੀਤੇ ਗਏ। ਉਹਦੇ ਬਾਅਦ ਉੱਥੇ ਵੀ ਜੋ ਕਿ ਹੈ ਬੀਜੇਪੀ ਦੀ ਨਹੀਂ ਬਣੀ। ਹੁਣ 2022 ਦੇ ਵਿੱਚ ਪੰਜਾਬ ਦੇ ਵਿੱਚ ਦੇਖਦੇ ਹਾਂ ਕਿ ਸਰਕਾਰ ਬਣਦੀ ਹੈ। ਇਹਨਾਂ ਦਾ ਕਹਿਣਾ ਹੈ ਕਿ 12 ਸੀਟਾਂ ਜਿੱਤ ਕੇ ਪੰਜਾਬ ਦੇ ਵਿੱਚ ਬੀਜੇਪੀ ਸਰਕਾਰ ਲਿਆਏਗੀ। ਪਰ ਸਵਾਲ ਤਾਂ ਇਹ ਹੈ ਕਿ ਜਦ ਤੱਕ ਇਹ ਤਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਜਾਂ ਇਹਨਾਂ ਦਾ ਕੋਈ ਹੱਲ ਨਹੀਂ ਨਿਕਲਦਾ ਜਾਂ ਹੱਲ ਨਹੀਂ 2022 ਮੈਂ ਸਾਇਨ ਦੇ ਨਾਲ ਰਵੀ ਗਿੱਲ। We at GNA University see potential in everyone and everything around us. We drive innovation and entrepreneurship, encourage thought leadership. We are at the forefront of new age digital technology. We are world standard in theory and practice. We are a multicultural network community. We groom competent global citizens to effect positive change around them.